ਧੰਨ ਵਾਹਿਗੁਰੂ ਜੀ। ਜਾਗਤ ਰਹੈ ਸੋ ਕਬਹੁ ਨਾ ਸੋਵੈ, ਤੀਨ ਤਿਲੋਕ ਸਮਾਦ ਪਲੋਵੈ। ਬੀਜ ਮੰਤਰ ਲੈ ਹਿਰਦੈ ਰਹੈ, ਮਨੁਆ ਉਲਟ ਸੁਨ ਮਹਿੰਗਹਿ। ਜਾਗਤ ਰਹੈ ਨਾ ਅਲੀਆ ਭਾਖੈ, ਪਾਂਚੋ ਇੰਦਰੀ ਬਸ ਕਰ ਰਾਖੈ। ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਕਰ ਪੱਲਵ ਸ਼ਾਖਾ ਵਿਚਾਰੇ, ਆਪਣਾ ਜਨਮ ਨ ਜੂਐ ਹਾਰੇ। ਅਸੁਰ ਨਦੀ ਕਾ ਬੰਧੈ ਮੂਲ, ਪਛਿਮ ਫੇਰ ਚੜਾਵੈ ਸੂਰ। ਅਜਰ ਜਰੈ ਸੋ ਨਿਝਰ ਝਰੈ, ਜਗਨਨਾਥ ਸਿਉ ਗੋਸ਼ਟ ਕਰੈ। ਚੌਮੁਖ ਦੀਵਾ ਜੋਤ ਦੁਆਰ, ਪਲੂ ਅਨਤ ਮੂਲ ਵਿਚਕਾਰ। ਸਰਬ ਕਲਾ ਲੇ ਆਪੇ ਰਹੈ, ਮਨ ਮਾਣਕ ਰਤਨਾ ਮਹਿ ਗੁਹੈ। ਮਸਤਕ ਪਦਮ ਦੁਆਲੈ ਮਣੀ, ਮਾਹੇ ਨਿਰੰਜਨ ਤ੍ਰਿਭਵਨ ਧਣੀ। ਪੰਚ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਖ ਘਨ ਗਾਜੇ। ਦਾਲ ਮਲ ਦੈਤਹੁ ਗੁਰਮੁਖ ਗਿਆਨ, ਬੇਣੀ ਜਾਚੈ ਤੇਰਾ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਬੜੇ ਅਦਬ ਨਾਲ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਪਾਠ ਕੀਰਤਨ ਦਾ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ। ਭਗਤ ਬੇਣੀ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 974 ਉੱਪਰ ਰਾਮਕਲੀ ਰਾਗ ਦੇ ਵਿੱਚ ਦਰਜ ਹੈ, ਜਿਸ ਦੀ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਚਾਰ ਆਰੰਭ ਕੀਤੀ ਹੈ। ਸ਼ਬਦ ਲੰਮੇਰਾ ਹੋਣ ਕਰਕੇ ਇਸ ਦੇ ਪਹਿਲੇ 4 ਬੰਦ ਰਹਾਉ ਦੇ ਬੰਦ ਸਮੇਤ ਆਪਾਂ ਵਿਚਾਰੇ ਹਨ। ਭਗਤ ਬੇਣੀ ਜੀ ਦੇ ਕੁੱਲ 3 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਸਿਰੀ ਰਾਗ ਵਿੱਚ, ਰਾਮਕਲੀ ਰਾਗ ਵਿੱਚ ਔਰ ਪ੍ਰਭਾਤੀ ਰਾਗ ਵਿੱਚ। ਭਗਤ ਬੇਣੀ ਜੀ ਦੇ ਸ਼ਬਦਾਂ ਦੀ ਜਿਹੜੀ ਸ਼ੈਲੀ ਹੈ, ਉਦਾਹਰਨਾਂ ਨੇ, ਅਲੰਕਾਰ ਨੇ, ਅਤੇ ਜਿਹੜੇ ਸ਼ਬਦਾਂ ਦੀ ਉਹਨਾਂ ਨੇ ਆਪਣੇ ਉਪਦੇਸ਼ ਨੂੰ ਪ੍ਰਗਟ ਕਰਨ ਵਾਸਤੇ, ਦੇਣ ਵਾਸਤੇ ਵਰਤੋਂ ਕੀਤੀ ਹੈ, ਉਹ ਥੋੜ੍ਹੀ ਕਠਿਨ ਹੈ। ਸਤਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਮਿਹਰ ਕਰਕੇ ਭਗਤ ਬੇਣੀ ਜੀ ਦੀ ਬਾਣੀ ਆਪਣੇ ਪ੍ਰਚਾਰ ਸਮਿਆਂ ਦੇ ਦੌਰਾਨ
ਯਾਤਰਾਵਾਂ ਦੇ ਦੌਰਾਨ ਇਕੱਤਰ ਕੀਤੀ ਬਾਕੀ ਭਗਤਾਂ ਦੀ ਬਾਣੀ ਸਹਿਤ, ਜਿਸ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਪੋਥੀ ਸਾਹਿਬ ਦੇ ਰੂਪ ਵਿੱਚ ਸੰਪਾਦਨਾ ਦੇ ਸਮੇਂ ਬਾ ਤਰਤੀਬ ਤਿੰਨਾਂ ਸ਼ਬਦਾਂ ਨੂੰ ਤਿੰਨਾਂ ਰਾਗਾਂ ਵਿੱਚ ਦਰਜ ਕੀਤਾ ਹੈ। ਜਿਸ ਮੁਬਾਰਕ ਸ਼ਬਦ ਨੂੰ ਆਪਾਂ ਵਿਚਾਰਨ ਦਾ ਯਤਨ ਅਤੇ ਕੋਸ਼ਿਸ਼ ਕਰ ਰਹੇ ਹਾਂ, ਇਸ ਸ਼ਬਦ ਵਿੱਚ ਜਿਹੜੇ ਅਲੰਕਾਰ ਭਗਤ ਜੀ ਨੇ ਵਰਤੇ ਹਨ ਕਾਫੀ ਕਠਿਨ ਹਨ, ਪਰ ਇਹਨਾਂ ਅਲੰਕਾਰਾਂ ਦੇ ਰਾਹੀਂ ਜੋ ਉਹਨਾਂ ਨੇ ਉਪਦੇਸ਼ ਦਿੱਤਾ ਹੈ, ਸਮੁੱਚੇ ਦਾ ਸਮੁੱਚਾ ਉਪਦੇਸ਼ ਇਸ ਗੱਲ ਉੱਤੇ ਟਿਕਿਆ ਹੋਇਆ ਹੈ ਕਿ ਜਿਹੜਾ ਜੀਵ ਗੁਰੂ ਦੇ ਉਪਦੇਸ਼, ਗੁਰੂ ਦੀ ਮੱਤ ਦੀ ਕਮਾਈ ਕਰਦਾ ਹੈ, ਗੁਰੂ ਅਨੁਭਵ ਨਾਲ ਜੁੜਦਾ ਹੈ, ਉਸ ਦੇ ਅੰਤਰਾਤਮੇ ਵਿੱਚ ਪਰਮੇਸ਼ਰ ਦੇ ਸਦੀਵ ਕਾਲ ਹਰ ਜਗ੍ਹਾ ਤੇ ਵਸੇ ਹੋਣ ਦਾ ਅਨੁਭਵ, ਅਹਿਸਾਸ ਪੈਦਾ ਹੋ ਜਾਂਦਾ ਹੈ। ਕਿਵੇਂ ਉਸ ਦੀ ਅਗਿਆਨਤਾ ਮੁੱਕ ਜਾਂਦੀ ਹੈ, ਕਿਵੇਂ ਉਸ ਦਾ ਮਨ ਵਿਸ਼ਿਆਂ ਵਿਕਾਰਾਂ ਵੱਲ ਭਟਕਣ ਤੋਂ ਰੁਕ ਜਾਂਦਾ ਹੈ, ਕਿਵੇਂ ਉਸ ਦੀ ਸੁਰਤ ਹਉਮੈ ਹੰਕਾਰ ਸਵਾਰਥ ਤੋਂ ਮੁਕਤ ਹੋ ਜਾਂਦੀ ਹੈ, ਕਿਵੇਂ ਉਸ ਦੇ ਅੰਦਰ ਇੱਕ ਆਨੰਦ, ਇੱਕ ਸਹਿਜ, ਇੱਕ ਟਿਕਾਊ ਪੈਦਾ ਹੋ ਜਾਂਦਾ ਹੈ। ਇਹਨਾਂ ਸਮੁੱਚੇ ਵਿਚਾਰਾਂ ਦੀ ਵਿਆਖਿਆ ਉਹਨਾਂ ਅਲੰਕਾਰਕ ਢੰਗ ਨਾਲ ਸਾਰੇ ਸ਼ਬਦ ਵਿੱਚ ਕੀਤੀ। ਪੰਜਵਾਂ ਬੰਦ ਜਿਸ ਦਾ ਆਰੰਭ ਹੁੰਦਾ ਹੈ, ਜਾਗਤ ਰਹਿ ਸੋ ਕਬਹੁ ਨ ਸੋਵੈ, ਉਹ ਜੀਵ ਫਿਰ ਜਾਗਦਾ ਰਹਿੰਦਾ ਹੈ। ਇਸ ਦਾ ਜਾਗਣ ਦਾ ਭਾਵ ਬਾਣੀ ਦੇ ਵਿੱਚ ਹੈ ਸੁਚੇਤ ਹੋਣਾ, ਅਵੇਅਰ ਹੋਣਾ, ਆਪਣੇ ਆਪ ਪ੍ਰਤੀ ਉਹ ਸੁਚੇਤ ਹੋ ਜਾਂਦਾ ਹੈ। ਉਸ ਨੂੰ ਸਮਝ ਪੈ ਜਾਂਦੀ ਹੈ ਵੀ ਮਨ ਬੁਰਾਈ ਵੱਲ ਕਿਵੇਂ ਦੌੜਦਾ ਹੈ, ਕਿਵੇਂ ਇਹਨੂੰ ਰੋਕਿਆ ਜਾਂਦਾ ਹੈ। ਉਹ ਜਿਹੜੀ ਚੇਤਨਾ ਹੈ ਜਿਹੜੀ ਸਾਡੇ ਵਿੱਚ ਨਹੀਂ ਹੁੰਦੀ, ਸਾਨੂੰ ਤਾਂ ਪਤਾ ਹੀ ਨਹੀਂ ਨਾ ਚੱਲਦਾ ਵੀ ਸੱਚ ਕੀ ਹੈ, ਝੂਠ ਕੀ ਹੈ, ਸਹੀ ਕੀ ਹੈ, ਗਲਤ ਕੀ ਹੈ, ਮਨ ਕਿਵੇਂ ਭਟਕ ਰਿਹਾ ਹੈ, ਕਿਵੇਂ ਅਸੀਂ ਦੁੱਖਾਂ 'ਚ ਪੈ ਰਹੇ ਹਾਂ। ਇਹ ਅਗਿਆਨਤਾ ਹੈ। ਪਰ ਜੋ ਸ਼ਬਦ ਦੀ ਕਮਾਈ ਕਰ ਲੈਂਦਾ ਹੈ, ਜਿਸ ਦਾ ਆਪਾਂ ਆਰੰਭ ਤੋਂ ਜੋ ਸ਼ਬਦ ਦੀ ਵਿਆਖਿਆ ਆਪਾਂ ਕਰਦੇ ਆ ਰਹੇ ਹਾਂ, ਵਿਚਾਰ ਸਮਝਦੇ ਆ ਰਹੇ ਹਾਂ, ਉਸ ਮੁਤਾਬਕ ਕਹਿੰਦੇ ਨੇ ਉਹ ਫਿਰ ਸੁਚੇਤ ਹੋ ਜਾਂਦਾ, ਅਵੇਅਰ ਹੋ, ਅੰਦਰੋਂ ਜਾਗ ਜਾਂਦਾ। ਫਿਰ ਉਹ ਅਗਿਆਨਤਾ ਦੀ ਨੀਂਦ ਵਿੱਚ ਨਹੀਂ ਸੌਂਦਾ। ਇੱਥੇ ਗਿਆਨ ਵਾਲੀ ਅਵਸਥਾ ਨੂੰ ਜਾਗਣਾ ਕਿਹਾ ਤੇ ਅਗਿਆਨਤਾ ਵਾਲੀ ਅਵਸਥਾ ਨੂੰ ਸੌਣਾ ਕਿਹਾ। ਤੀਨ ਤਿਲੋਕ ਸਮਾਧ ਪਲੋਵੈ, ਸਮਾਧ ਦਾ ਮਤਲਬ ਹੈ ਟਿਕਾਓ। ਉਹ ਫਿਰ ਟਿਕਾ ਵਿੱਚ ਰਹਿੰਦਾ ਹੈ। ਤੇ ਜਿਹੜੇ ਤਿੰਨ ਗੁਣ ਨੇ ਸੰਸਾਰ ਦੇ, ਮਾਇਆਵੀ ਗੁਣ ਜਿਹਨੂੰ ਰਜੋ ਤਮੋ ਸਤੋ ਗੁਣ ਕਿਹਾ ਹੈ, ਇਹ ਉਹਦੇ ਅੰਦਰੋਂ ਅਲੋਪ, ਯਾਨੀ ਕਿ ਉਹਦੇ ਅੰਦਰੋਂ ਖਤਮ ਹੋ। ਮਾਇਆ ਦਾ ਪ੍ਰਭਾਵ, ਬਹੁ ਪੱਖੀ ਪ੍ਰਭਾਵ ਉਹਦੇ ਮਨ ਉੱਤੇ ਨਹੀਂ ਪੈਂਦਾ, ਕਿਉਂਕਿ ਉਹ ਸੁਚੇਤ ਹੈ। ਉਸ ਨੂੰ ਪਤਾ ਹੈ ਵੀ ਬੰਦੇ ਦਾ, ਮਨੁੱਖ ਦਾ ਜਿਹੜਾ ਅੰਤਰਾਤਮਾ ਹੈ, ਉਹਦਾ ਸਹਿਜ, ਉਹਦਾ ਆਨੰਦ ਕਿਵੇਂ ਲੁੱਟਿਆ ਜਾਂਦਾ, ਮਨੁੱਖ ਅੰਦਰੋਂ ਕਿਵੇਂ ਤਬਾਹ ਹੁੰਦਾ। ਬੜੀ ਪਿਆਰੀ ਉਦਾਹਰਣ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਦਿੱਤੀ ਹੈ। ਉੱਥੇ ਉਦਾਹਰਣ ਇਹ ਦਿੱਤੀ ਹੈ ਕਿ ਜਿਵੇਂ ਕਿਸੇ ਕੋਈ ਘਰ ਦੇ ਜੀਅ ਸੁੱਤੇ ਹੋਣ ਤੇ ਸੁੱਤੇ ਵੀ ਉਹ ਗਫਲਤ ਦੇ ਵਿੱਚ ਹੋਣ। ਇੱਕ ਤਾਂ ਹੁੰਦਾ ਹੈ ਨਾ ਵੀ ਬੰਦਾ ਸੁੱਤਾ ਹੋਇਆ ਤੇ ਉਸ ਨੂੰ ਕੋਈ ਜਗਾਵੇ, ਕੋਈ ਆਲੇ ਦੁਆਲੇ ਸ਼ੋਰ ਹੋਵੇ, ਰੌਲਾ ਪਵੇ, ਖੜਕਾ ਹੋਵੇ, ਅਲਾਰਮ ਵੱਜੇ ਤਾਂ ਬੰਦਾ ਜਾਗ ਪੈਂਦਾ। ਇੱਕ ਨੀਂਦ ਐਸੀ ਗਫਲਤ ਦੀ ਨੀਂਦ ਵੀ ਜੋ ਮਰਜ਼ੀ ਲਾਗੇ ਹੁੰਦਾ ਰਹੇ, ਕੋਈ ਪਤਾ ਨਹੀਂ ਲੱਗਦਾ, ਇੰਨੀ ਡੂੰਘੀ ਨੀਂਦ ਵਿੱਚ ਕੋਈ ਚਲਿਆ ਜਾਏ। ਹੁਣ ਐਸੇ ਗਫਲਤ ਦੀ ਨੀਂਦ ਵਿੱਚ ਗਵਾਚਣ ਵਾਲੇ, ਸੌਣ ਵਾਲੇ ਮਨੁੱਖ ਦੇ ਘਰ ਵਿੱਚ ਚੋਰ ਆ ਜਾਣ ਤੇ ਸਾਰਾ ਸਮਾਨ ਬੰਨ੍ਹ ਕੇ ਲੈ ਜਾਣ, ਨੂੰ ਪਤਾ ਨਹੀਂ ਲੱਗਦਾ। ਹੁਣ ਜਦੋਂ ਘਰ ਵਿਚਲੇ ਬੰਦੇ ਨੂੰ ਹੀ ਕੋਈ ਖਬਰ ਨਹੀਂ ਤੇ ਫਿਰ ਐਸਾ ਬੰਦਾ ਉੱਠ ਕੇ ਆਂਢ ਗੁਆਂਢ ਨੂੰ ਦੋਸ਼ ਦੇਵੇ ਵੀ ਤੁਸੀਂ ਮੈਨੂੰ ਦੱਸਿਆ ਨਹੀਂ, ਤੁਸੀਂ ਮੇਰੇ ਘਰ ਦਾ ਧਿਆਨ ਨਹੀਂ ਰੱਖਿਆ, ਤੁਸੀਂ ਉੱਠ ਕੇ ਰੌਲਾ ਕਿਉਂ ਨਹੀਂ ਪਾਇਆ, ਤੇ ਉਹ ਲੋਕ ਕਹਿਣਗੇ ਵੀ ਠੀਕ ਹੈ, ਜੇ ਸਾਨੂੰ ਪਤਾ ਲੱਗਦਾ ਤੇ ਅਸੀਂ ਕਹਿ ਦਿੰਦੇ, ਪਰ ਤੂੰ ਤੇ ਘਰ ਹੀ ਸੀ। ਸਾਨੂੰ ਦੋਸ਼ ਦੇਣ ਤੋਂ ਪਹਿਲਾਂ ਤੂੰ ਆਪਣੇ ਵੱਲ ਵੇਖ ਵੀ ਤੂੰ ਵੀ ਘਰ ਵਿੱਚ ਮੌਜੂਦ ਸੀ, ਤੇਰੇ ਹੁੰਦਿਆਂ ਹੀ ਸਾਰਾ ਕੁਝ ਲੁੱਟਿਆ ਗਿਆ, ਤੇ ਹੁਣ ਉੱਠਣ ਤੋਂ ਬਾਅਦ ਤੂੰ ਸਾਨੂੰ ਪੁੱਛਦਾ। ਇਸ ਨੂੰ ਬਾਣੀ ਨੇ ਕਹਿ ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਗੁਬਾਰਾ।
ਮਨਮੁਖ ਨੂੰ ਇਹ ਨੀਂਦ ਵਿਆਪਦੀ, ਗਫਲਤ ਦੀ ਨੀਂਦ, ਵੀ ਉਹ ਲੁੱਟਿਆ ਵੀ ਜਾ ਰਿਹਾ ਤੇ ਉਸ ਨੂੰ ਖਬਰ ਵੀ ਕੋਈ ਨਹੀਂ। ਤਾਂ ਉਸ ਦੀ ਇਹ ਜਿਹੜੀ ਗਫਲਤ ਦੀ ਨੀਂਦ ਹੈ, ਕਾਹਦੀ ਨੀਂਦ ਹੈ? ਅਗਿਆਨਤਾ ਦੀ। ਜਿਵੇਂ ਸਾਨੂੰ ਨਹੀਂ ਪਤਾ ਵੀ ਅਸੀਂ ਦੁੱਖ ਹੀ ਇਕੱਠੇ ਕਰ ਰਹੇ ਹਾਂ, ਜ਼ਹਿਰ ਹੀ ਇਕੱਠਾ ਕਰ ਰਹੇ ਹਾਂ, ਉਸ ਦੁੱਖ ਤੇ ਜ਼ਹਿਰ ਦਾ ਸਦਕਾ ਹੀ ਸਾਡੇ ਜੀਵਨ ਵਿੱਚ ਭਟਕਣਾ ਤੇ ਖਰਾਬੀ ਹੈ। ਸਾਡਾ ਸੁੱਖ, ਸਾਡਾ ਆਨੰਦ, ਸਾਡਾ ਟਿਕਾਓ, ਸਾਡੀ ਸੰਤੁਸ਼ਟੀ ਤੇ ਚੰਗੇ ਗੁਣ ਸਾਡੇ ਕਿਵੇਂ ਹੌਲੀ ਹੌਲੀ ਸਾਡੀਆਂ ਆਦਤਾਂ ਕਰਕੇ ਬਰਬਾਦ ਹੁੰਦੇ ਨੇ, ਸਾਨੂੰ ਖਬਰ ਨਹੀਂ ਰਹਿੰਦੀ। ਤੇ ਅਸੀਂ ਉਸ ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਤੇ ਲੁੱਟੇ ਗਏ ਮਨੁੱਖ ਵਾਂਗ ਫਿਰ ਦੂਜਿਆਂ ਨੂੰ ਦੋਸ਼ ਦਿੰਦੇ ਵੀ ਦੂਜਾ ਬੰਦਾ ਮੇਰੀ ਜ਼ਿੰਦਗੀ ਦੇ ਲਈ ਦੁੱਖਾਂ ਦਾ ਕਾਰਨ ਹੈ, ਦੂਜੇ ਦੀ ਵਜ੍ਹਾ ਕਰਕੇ ਮੇਰੇ ਜੀਵਨ ਵਿੱਚ ਪਰੇਸ਼ਾਨੀ ਹੈ। ਅਸੀਂ ਇਹ ਕਦੇ ਨਹੀਂ ਮੰਨਦੇ ਵੀ ਅਸੀਂ ਖੁਦ ਵੀ ਇਹਦਾ ਕਾਰਨ ਹਾਂ। ਤੋ ਸਤਿਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰਦਿਆਂ ਹੋਇਆਂ ਕਹਿੰਦੇ ਨੇ, ਬੀਜ ਮੰਤਰ ਲੈ ਹਿਰਦੇ ਰਹਿ। ਬੀਜ ਅਸੀਂ ਕਹਿੰਦੇ ਹਾਂ ਵੀ ਜਿਵੇਂ ਕੋਈ ਬੀਜ ਜ਼ਮੀਨ 'ਚ ਬੀਜੋ ਤੇ ਉਹਦੇ ਤੋਂ ਫਸਲ ਪੈਦਾ ਹੁੰਦੀ ਹੈ, ਫਲ ਦਿੰਦਾ। ਬੀਜ ਕੀ ਹੈ? ਪਰਮੇਸ਼ਰ ਦੇ ਹੋਣ ਦਾ ਅਹਿਸਾਸ। ਜੇ ਅਸੀਂ ਇਸ ਨੂੰ ਆਪਣੀ ਸੁਰਤ ਵਿੱਚ ਬੀਜ ਲਿਆ ਤੇ ਫਲੀਭੂਤ ਹੋਏਗਾ, ਇਹਦਾ ਅੰਕੁਰ ਫੁੱਟੇਗਾ ਤੇ ਇਹਨੂੰ ਫਲ ਕੀ ਲੱਗਣਗੇ? ਆਨੰਦ, ਸਹਿਜ, ਟਿਕਾਓ, ਇਹ ਫਲ ਹੈ। ਉਹ ਆਪਣੇ ਹਿਰਦੇ ਦੀ ਧਰਤੀ ਉੱਤੇ ਪਰਮੇਸ਼ਰ ਦੀ ਹੋਂਦ ਦੇ ਅਹਿਸਾਸ ਦਾ ਬੀਜ ਪਾ ਲਏ। ਜਿਹਦੇ ਅਹਿਸਾਸ ਜਾਗ ਪੈਣ, ਉਹਦਾ ਕਰਮ, ਉਹਦਾ ਜੀਵਨ, ਉਹਦੇ ਮਨ ਦੀ ਅਵਸਥਾ ਆਪਣੇ ਆਪ ਬਦਲ ਜਾਂਦੀ, ਉਹ ਕੁਰਾਏ ਨਹੀਂ ਪੈਂਦਾ। ਫਿਰ ਫਰਮਾਉਂਦੇ ਨੇ, ਮਨੁਆ ਉਲਟ ਸੁਨ ਮਹਿੰਗਾ ਹੈ। ਮਨੁਆ ਉਲਟ ਜਾਂਦਾ, ਮਨ ਪੁੱਠੇ ਪਾਸੇ ਤੋਂ ਹਟ ਜਾਂਦਾ। ਜਿਹੜਾ ਪੁੱਠੇ ਰਾਹ ਤੇ ਚੱਲ ਰਿਹਾ ਮਨ, ਜਾਨੀ ਕਿ ਮਨ ਪੁੱਠੇ ਰਾਹ ਤੇ ਕਿਵੇਂ ਚੱਲਦਾ? ਵੀ ਇਸ ਵਿੱਚ ਹਰ ਵੇਲੇ ਮਾੜੇ ਫੁਰਨੇ, ਵਿਕਲਪ, ਭਟਕਣਾ ਦੇਣ ਵਾਲੇ, ਦੁੱਖ ਦੇਣ ਵਾਲੇ, ਹਰ ਵੇਲੇ ਹੀ ਭ੍ਰਿਸ਼ਟੇ ਹੋਏ ਖਿਆਲ ਜਿਹੜੇ ਨੇ ਉਹ ਜ਼ੋਰ ਪਾਈ ਰੱਖਦੇ ਨੇ ਜਿਹੜੇ ਸਾਡੇ ਅੰਦਰ, ਜਿਨ੍ਹਾਂ ਦੀ ਵਜ੍ਹਾ ਕਰਕੇ ਅਸੀਂ ਉਦਾਸ, ਮਾਯੂਸ, ਦੁਖੀ, ਅਪਸੈਟ, ਭਟਕੇ ਹੋਏ, ਇਹ ਸਾਰਾ ਕੁਝ ਸਾਡੇ ਅੰਦਰ ਜਿਹੜਾ ਹੈ ਉਹ ਮਨ ਦੀ ਭੈੜੇ ਖਿਆਲਾਂ ਦੀ ਸਥਿਤੀ ਕਰਕੇ ਵਾਪਰ, ਉਹ ਮਨ ਉਸ ਪਾਸੋਂ ਉਲਟ ਜਾਂਦਾ। ਮਨ ਆਪਣਾ ਰਾਹ ਬਦਲ ਲੈਂਦਾ, ਕਹਿ ਲਓ ਮਨ ਮੁੜ ਜਾਂਦਾ ਹੈ ਉਸ ਪਾਸੇ ਵੱਲੋਂ। ਸੁੰਨ ਮਹਿਗਾ ਹੈ। ਸੁੰਨ ਦਾ ਮਤਲਬ ਹੈ ਅਫੁਰ, ਵੀ ਮਨ ਵਿੱਚ ਫਿਰ ਕੋਈ ਐਸਾ ਮਾੜਾ ਫੁਰਨਾ ਪੈਦਾ ਹੀ ਨਹੀਂ ਹੁੰਦਾ, ਉਹਦੀ ਪ੍ਰੋਡਕਸ਼ਨ ਹੀ ਬੰਦ ਹੋ ਗਈ, ਕਹਿ ਲਓ। ਮਨ ਉਸ ਪਾਸੇ ਵੱਲੋਂ ਹਟ ਜਾਂਦਾ। ਤੇ ਅਗਲੇ ਬਚਨ ਵਿੱਚ ਆਖਦੇ ਨੇ, ਜਾਗਤ ਰਹਿ ਨਾ ਅਲੀਆ ਭਖ ਹੈ। ਮਨੁੱਖ ਫਿਰ ਜਦੋਂ ਇੱਕ ਵਾਰ ਜਾਗ ਪਿਆ, ਫਿਰ ਝੂਠ ਨਹੀਂ ਭਖਦਾ। ਭਖਦਾ ਦਾ ਮਤਲਬ ਹੈ ਬੋਲਦਾ, ਅਸਤਿਆ। ਅਲੀਆ ਸੰਸਕ੍ਰਿਤ ਦਾ ਸ਼ਬਦ ਹੈ। ਇਹਦਾ ਭਾਵ ਹੈ ਵੀ ਫਿਰ ਝੂਠ ਨਾਲੋਂ ਇਹਦਾ ਮੋਹ, ਇਹਦੀ ਸਾਂਝ ਟੁੱਟ ਜਾਂਦੀ ਹੈ, ਜਿਸ ਨੂੰ ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਮਾਇਆ ਬੋਲਨ ਪਏ ਰਵਾਣੀ। ਵੀ ਜਦੋਂ ਸੁਰਤ ਵਿੱਚ ਝੂਠ ਹੈ, ਸੁਰਤ ਵਿੱਚ ਮਾੜੇ ਵਿਚਾਰ ਨੇ, ਤੇ ਬੰਦਾ ਆਪਣੀ ਜ਼ੁਬਾਨ ਤੋਂ ਵੀ ਉਹੀ ਕੁਝ ਕਹਿੰਦਾ ਹੈ ਤੇ ਸਰੀਰ ਨਾਲ ਕੰਮ ਵੀ ਉਹੀ ਕਰਦਾ। ਜਾਗਿਆ ਹੋਇਆ ਮਨੁੱਖ ਫਿਰ ਝੂਠ ਦੀ ਬੋਲੀ ਨਹੀਂ ਬੋਲਦਾ, ਯਾਨੀ ਕਿ ਝੂਠ ਦਾ ਚਲਾਇਆ ਨਹੀਂ ਚੱਲਦਾ। ਜਿਵੇਂ ਆਪਾਂ ਆਮ ਕਿਸੇ ਵਿਅਕਤੀ ਨੂੰ ਕਹਿੰਦੇ ਤੂੰ ਫਲਾਣੇ ਦੀ ਬੋਲੀ ਬੋਲਦਾ, ਇਹਦਾ ਮਤਲਬ ਵੀ ਤੂੰ ਉਹਦੇ ਮੁਤਾਬਕ ਚੱਲਦਾ। ਇਹਦਾ ਭਾਵ ਹੁੰਦਾ ਵੀ ਉਹਦੇ ਮੁਤਾਬਕ ਚੱਲਣਾ। ਫਿਰ ਉਹ ਜੀਵ ਕੂੜ ਦੇ ਮੁਤਾਬਕ ਨਹੀਂ ਚੱਲਦਾ, ਕੂੜ ਦਾ ਹਮਾਇਤੀ ਬਣ ਕੇ ਕੂੜ ਦੀ ਬਾਤ ਨਹੀਂ ਪਾਉਂਦਾ। ਫਿਰ ਫਰਮਾਉਂਦੇ ਨੇ, ਪਾਂਚੋ ਇੰਦਰੀ ਬਸ ਕਰ ਰੱਖਿਓ। ਆਪਣੇ ਪੰਜੇ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖਦਾ। ਬਸ ਦਾ ਮਤਲਬ ਹੁੰਦਾ ਹੈ ਕਾਬੂ 'ਚ ਰੱਖਣਾ, ਕੰਟਰੋਲ 'ਚ ਰੱਖਣਾ। ਪੰਜੇ ਗਿਆਨ ਇੰਦਰੀ, ਇਹ ਜਿਹੜੇ ਗਿਆਨ ਇੰਦਰੀ ਨੇ ਸਾਡੀ ਬਾਹਰ ਨਾਲ, ਪਦਾਰਥ ਨਾਲ, ਪ੍ਰਕਿਰਤੀ ਨਾਲ, ਕੁਦਰਤ ਨਾਲ ਸਾਂਝ ਪਾਉਂਦੇ ਨੇ ਤੇ ਉੱਥੋਂ ਸਾਨੂੰ ਜੋ ਚੇਤਨਾ ਦਿੰਦੇ ਨੇ। ਇਹ ਸਾਧਨ ਨੇ ਚੇਤਨਾ ਦਾ, ਸਾਡੇ ਦਿਮਾਗ ਨੂੰ, ਬੁੱਧੀ ਨੂੰ ਜੋ ਵਿਕਾਸ ਮਿਲਦਾ, ਇਹਨਾਂ ਰਾਹੀਂ ਮਿਲਦਾ। ਆਪਾਂ ਕਿਸੇ ਚੀਜ਼ ਨੂੰ ਵੇਖਿਆ ਤੇ ਬੁੱਧੀ ਨਾਲ ਉਹਦਾ ਨਿਰਣਾ ਕੀਤਾ ਵੀ ਇਹ ਹੈ। ਇਹ ਜਿਹੜਾ ਪੰਜੇ ਗਿਆਨ ਇੰਦਰੀ ਨੇ ਸਾਡੇ, ਇਹਨਾਂ ਰਾਹੀਂ ਜੋ ਕੁਝ ਅਸੀਂ ਇਕੱਠਾ ਕਰਦੇ ਹਾਂ, ਉਸੇ ਮੁਤਾਬਕ ਸਾਡੀ ਬੁੱਧੀ, ਸਾਡੀ ਸੁਰਤ ਵਿਕਸਿਤ ਹੋ ਜਾਂਦੀ।
ਇਹ ਦੋਵੇਂ ਆਪਸ ਵਿੱਚ ਗਹਿਰੇ ਜੁੜੇ ਹੋਏ ਨੇ। ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ, ਤੇ ਹੁਣ ਇਹ ਤਾਂ ਨਹੀਂ ਨਾ ਕਿਹਾ ਜਾ ਸਕਦਾ ਵੀ ਸਿੱਕਾ ਇੱਕ ਪਾਸਿਓਂ ਖੋਟਾ ਹੈ ਤੇ ਇੱਕ ਪਾਸਿਓਂ ਖਰਾ ਹੈ, ਜਾਂ ਤਾਂ ਉਹ ਖਰਾ ਹੈ ਤੇ ਜਾਂ ਉਹ ਖੋਟਾ ਹੈ। ਉਹ ਜਿਹੜਾ ਸਿੱਕਾ ਹੈ, ਉਹ ਦੋਵੇਂ ਉਹਦੇ ਪਹਿਲੂ ਜਿਹੜੇ ਨੇ ਉਹ ਰਲ ਕੇ ਹੀ ਇੱਕ ਕਰੰਸੀ ਨੂੰ, ਇੱਕ ਸਿੱਕੇ ਨੂੰ ਮੁਕੰਮਲ ਕਰਦੇ ਨੇ। ਇਸੇ ਤਰ੍ਹਾਂ ਸਾਡਾ ਅੰਤਰ ਆਤਮਾ ਤੇ ਸਾਡਾ ਬਹਿਰੂਨੀ ਜਿਹੜੇ ਗਿਆਨ ਇੰਦਰੀਆਂ ਦੋਵੇਂ ਰਲ ਕੇ ਮੁਕੰਮਲ ਜੀਵਨ ਘੜਦੇ ਨੇ। ਇਸ ਨੂੰ ਮਹਾਰਾਜ ਕਹਿੰਦੇ ਨੇ ਵੀ ਜਿੱਥੇ ਉਹ ਮਨ ਉੱਤੇ ਵਰਕ ਕਰਦਾ ਹੈ, ਉੱਥੇ ਉਹ ਆਪਣੇ ਤਨ ਗਿਆਨ ਇੰਦਰੀਆਂ ਰਾਹੀਂ ਵੀ ਸੁਚੇਤ ਰਹਿੰਦਾ ਹੈ ਕਿ ਮੈਂ ਅੱਖਾਂ ਨਾਲ ਕੀ ਵੇਖਣਾ ਹੈ ਤੇ ਕੀ ਜਾਇਜ਼ ਹੈ। ਮੇਰੇ ਪੰਜੇ ਗਿਆਨ ਇੰਦਰੀ ਸੰਸਾਰ ਨਾਲ ਜਿਹੜਾ ਤਾਲੁਕ ਸਾਂਝ ਰੱਖਦੇ ਨੇ, ਉਹ ਇਕੱਠਾ ਕੀ ਕਰਦੇ ਨੇ। ਹੁਣ ਜਿਸ ਮਨੁੱਖ ਨੇ 24 ਘੰਟੇ ਕੂੜ ਹੀ ਸੁਣਨਾ ਹੈ ਤੇ ਇਹ ਜਿਹੜੀ ਖੁਰਾਕ ਉਹਨੇ ਇਕੱਠੀ ਕਰਨੀ ਹੈ, ਫਿਰ ਉਹ ਆਖੇ ਕਿ ਇਹਦਾ ਮੇਰੇ ਤੇ ਇਫੈਕਟ ਪ੍ਰਭਾਵ ਨਾ ਪਵੇ, ਕਿਵੇਂ ਹੋ ਸਕਦਾ। ਜਿਵੇਂ ਕੋਈ ਮਿਲਾਵਟ ਵਾਲਾ ਖਾਣਾ ਹੀ ਖਾਂਦਾ ਰਹੇ, ਜੋ 2-3 ਟਾਈਮ ਉਹਨੇ ਪ੍ਰਸ਼ਾਦਾ ਛਕਣਾ ਹੋਵੇ ਮਿਲਾਵਟ ਵਾਲਾ, ਜ਼ਹਿਰ ਵਾਲਾ, ਤੇ ਫਿਰ ਉਹ ਆ ਕੇ ਵੀ ਮੇਰੇ ਸਰੀਰ ਦੇ ਉੱਤੇ ਕੋਈ ਪ੍ਰਭਾਵ ਨਾ ਪਵੇ ਜ਼ਹਿਰ ਦਾ ਤੇ ਮਿਲਾਵਟ ਦਾ, ਕੀ ਇਹ ਸੰਭਵ ਹੈ? ਬਿਲਕੁਲ ਸੰਭਵ ਨਹੀਂ ਹੈ। ਇਸ ਵਾਸਤੇ ਫਰਮਾਉਂਦੇ ਨੇ, ਗੁਰ ਕੀ ਸਾਖੀ ਰਾਖੈ ਚੀਤ। ਉਹ ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਉਪਦੇਸ਼ ਨੂੰ ਚਿੱਤ 'ਚ ਵਸਾ ਕੇ ਆਪਣਾ ਵਿਹਾਰ ਕਰਦਾ। ਗੁਰੂ ਦੇ ਉਪਦੇਸ਼ ਨੂੰ ਭੁਲਾਉਂਦਾ ਨਹੀਂ ਮਨ। ਉਹ ਬਾਰ-ਬਾਰ ਇਸ ਗੱਲ ਉੱਤੇ ਆਪਣਾ ਚੇਤਾ ਰੱਖਦਾ ਹੈ, ਆਪਣਾ ਧਿਆਨ ਇਕਾਗਰ ਕਰਦਾ ਹੈ ਵੀ ਗੁਰੂ ਜੀ ਨੇ ਕੀ ਆਖਿਆ, ਸਤਿਗੁਰੂ ਦੀ ਮੱਤ ਕੀ ਹੈ, ਸਤਿਗੁਰੂ ਦੀ ਸਿੱਖਿਆ ਕੀ ਹੈ। ਉਹ ਇਵੇਂ ਹਰ ਪੈਰ, ਹਰ ਘੜੀ ਜਿਹੜੀ ਹੈ, ਹਰ ਪਲ ਜਿਹੜਾ ਹੈ, ਹਰ ਸਾਹ ਜਿਹੜਾ ਹੈ, ਉਹ ਗੁਰੂ ਨੂੰ ਸਮਰਪਿਤ ਹੋ ਕੇ ਜੀਂਦਾ ਹੈ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਉਹ ਆਪਣਾ ਮਨ ਵੀ ਤੇ ਆਪਣਾ ਤਨ ਵੀ ਉਸ ਪਰਮੇਸ਼ਰ, ਇੱਥੇ ਕ੍ਰਿਸ਼ਨ ਸ਼ਬਦ, ਰਮਈਆ ਸ਼ਬਦ, ਰਾਮ ਸ਼ਬਦ ਅਕਾਲ ਪੁਰਖ ਪ੍ਰਤੀ ਸੰਕੇਤਕ ਹੈ, ਉਹਦੀ ਪ੍ਰੀਤ ਵਿੱਚ, ਉਹਦੇ ਪਿਆਰ ਵਿੱਚ ਅਰਪਣ ਕਰਦਾ ਹੈ। ਭਾਵ ਫਿਰ ਜੋ ਵੀ ਵਿਹਾਰ ਕਰਦਾ ਹੈ ਨਾ ਜੀਵਨ ਦਾ, ਉਹ ਵਾਹਿਗੁਰੂ ਦੇ ਪਿਆਰ ਵਿੱਚ ਕਰਦਾ ਹੈ, ਬੱਧਾ ਰੁੱਧੀ ਨਹੀਂ ਕਰਦਾ। ਉਹਦਾ ਜਿਹੜਾ ਧਾਰਮਿਕ ਜੀਵਨ ਹੈ ਕਹਿ ਲਓ, ਉਹਦੀ ਜਿਹੜੀ ਭਗਤੀ ਹੈ ਕਹਿ ਲਓ, ਉਹ ਨਾ ਤਾਂ ਵਿਖਾਵੇ ਦੀ ਹੈ ਤੇ ਨਾ ਬੰਧਨ ਦੀ ਹੈ। ਉਹ ਫਿਰ ਜੋ ਵੀ ਵਿਹਾਰ ਕਰਦਾ ਉਹਦੇ ਪ੍ਰੇਮ, ਜਿਸ ਨੂੰ ਬਾਣੀ ਨੇ ਕਹਿੰਦਾ ਰੰਗ ਹੱਸੈ ਰੰਗ ਰੂਪ ਹੈ। ਰੰਗ ਦਾ ਮਤਲਬ ਹੈ ਪਿਆਰ। ਚੁੱਪ ਪੀ ਕਰ ਜਾ ਹੈ, ਪਰਵਾਹ ਨਾਹੀਂ ਕਿਸੇ ਕੇਰੀ ਬਾਝ ਸੱਚੇ ਨਾ। ਹੱਸਣ ਦਾ ਮਤਲਬ ਹੈ ਖੁਸ਼ੀ, ਰੋਣ ਦਾ ਮਤਲਬ ਹੈ ਦੁੱਖ। ਉਹ ਦੁੱਖ ਨੂੰ ਵੀ ਉਹਦੇ ਪ੍ਰੇਮ ਵਿੱਚ ਹੰਢਾਉਂਦੇ ਨੇ, ਖੁਸ਼ੀ ਨੂੰ ਵੀ ਉਹਦੇ ਪ੍ਰੇਮ ਵਿੱਚ ਮਾਣਦੇ ਨੇ। ਚੁੱਪ ਪੀ ਪਰ ਰਹਿੰਦੇ ਸ਼ਾਂਤ ਨੇ, ਕੂਕਦੇ ਨਹੀਂ, ਉਲਾਂਭੇ ਨਹੀਂ ਦਿੰਦੇ, ਸ਼ਿਕਵੇ ਨਹੀਂ ਕਰਦੇ, ਹਉਮੈ ਦੀ ਬੋਲੀ ਨਹੀਂ ਬੋਲਦੇ। ਪਰਵਾਹ ਨਾਹੀਂ ਕਿਸੇ ਕੇਰੀ, ਨਾ ਉਹਨਾਂ ਨੂੰ ਸੁੱਖ ਦੇ ਹੰਕਾਰ ਦੀ ਪਰਵਾਹ ਰਹਿ ਜਾਂਦੀ ਹੈ ਤੇ ਨਾ ਦੁੱਖ ਵਿੱਚ ਢਹਿੰਦੀ ਕਲਾ ਦੀ ਪਰਵਾਹ ਰਹਿ ਜਾਂਦੀ। ਦੋਵਾਂ ਅਵਸਥਾਵਾਂ ਤੋਂ ਮੁਕਤ ਹੋ ਜਾਂਦਾ। ਇਸ ਵਾਸਤੇ ਗਰੀਬ ਨਵਾਜ ਕਹਿੰਦੇ ਨੇ, ਕਰ ਪੱਲਵ ਸ਼ਾਖਾ ਵਿਚਾਰੇ। ਜਿਵੇਂ ਇੱਕ ਦਰਖਤ ਹੁੰਦਾ, ਰੁੱਖ ਹੁੰਦਾ ਤੇ ਰੁੱਖ ਦੀਆਂ ਅੱਗੇ ਟਾਹਣੀਆਂ ਨੇ, ਟਾਹਣੀਆਂ ਨੂੰ ਪੱਤੇ ਲੱਗੇ ਹੁੰਦੇ ਨੇ, ਤਾਂ ਹੀ ਉਹ ਛਾਂ ਦਿੰਦਾ ਹੈ ਨਾ। ਕਹਿੰਦੇ ਨੇ ਜਿਹੜੇ ਉਹਨਾਂ ਦੇ ਹੱਥ ਹੁੰਦੇ ਨੇ ਨਾ ਇਸੇ ਧਰਮੀ ਮਨੁੱਖਾਂ ਦੇ, ਉਹਨਾਂ ਨੂੰ ਉਹ ਪੱਤਿਆਂ ਦੀ ਨਿਆਈ ਸਮਝਦੇ ਨੇ, ਸ਼ਾਖਾ ਦੀ ਨਿਆਈ, ਤੇ ਸਰੀਰ ਨੂੰ ਰੁੱਖ ਸਮਝਦੇ ਨੇ। ਹੁਣ ਕੋਈ ਐਸਾ ਰੁੱਖ ਹੋਵੇ ਜਿਹਦੀ ਕੋਈ ਟਾਹਣੀ ਤੇ ਕੋਈ ਪੱਤਾ ਨਾ ਹੋਵੇ, ਤੇ ਮਹਿਜ਼ ਇੱਕ ਸੁੱਕੀ ਜਿਹੀ ਲੱਕੜ ਖੜੀ ਹੋਵੇ, ਉਹਨੂੰ ਆਪਾਂ ਮੁਕੰਮਲ ਰੁੱਖ ਤੇ ਨਹੀਂ ਨਾ ਆਖਾਂ, ਜਿਹੜਾ ਨਾ ਛਾਂ ਦਿੰਦਾ, ਜਿਹਦੇ ਥੱਲੇ ਜਾ ਕੇ ਕੋਈ ਗਰਮੀ 'ਚ ਖਲੋ ਵੀ ਨਹੀਂ ਸਕਦਾ, ਧੁੱਪ ਤੋਂ ਬਚਣ ਲਈ, ਤਪਸ਼ ਤੋਂ ਬਚਣ ਲਈ। ਅਸੀਂ ਰੁੱਖ ਲਾਉਂਦੇ ਹਾਂ ਤੇ ਇਸੇ ਕਰਕੇ ਲਾਉਂਦੇ ਹਾਂ ਨਾ, ਫਲ ਦੇਵੇ, ਛਾਂ ਦੇਵੇ। ਇਹਦਾ ਭਾਵ ਇਹ ਹੈ ਵੀ ਸਰੀਰ ਇੱਕ ਰੁੱਖ ਦੀ ਨਿਆਈ ਸਮਝਦੇ ਨੇ, ਤੇ ਉਹ ਆਪਣੇ ਹੱਥਾਂ ਨੂੰ ਸ਼ਾਖਾ, ਗਿਆਨ ਇੰਦਰੀਆਂ ਨੂੰ, ਹੱਥਾਂ ਨੂੰ, ਕਰਮ ਇੰਦਰੀਆਂ ਨੂੰ ਸ਼ਾਖਾ ਸਮਝਦੇ, ਟਾਹਣੀਆਂ ਸਮਝਦੇ ਨੇ। ਭਾਵ ਉਹ ਪਰਉਪਕਾਰ ਕਰਦੇ ਨੇ ਜੀਵਨ ਵਿੱਚ, ਲੋਕਾਂ ਨੂੰ ਨੇਕ ਅਮਲ ਕਰਕੇ ਠੰਡੀ ਛਾਂ ਦਿੰਦੇ ਨੇ, ਸ਼ਰਨ ਦਿੰਦੇ ਨੇ, ਭਲਾ ਕਰਦੇ ਨੇ, ਜਿਵੇਂ ਇੱਕ ਰੁੱਖ ਕਰਦਾ, ਜਿਵੇਂ ਇੱਕ ਦਰਖਤ ਕਰਦਾ। ਉਹਨਾਂ ਨੂੰ ਗੁਣਾ ਰੂਪੀ ਫਲ ਲੱਗਦੇ ਨੇ। ਪਰ ਕੁਝ ਐਸੇ ਵੀ ਨੇ ਜਿਹੜੇ ਹੱਥਾਂ ਨਾਲ ਨਾ ਕੋਈ ਨੇਕ ਅਮਲ ਕਰਦੇ, ਨਾ ਭਲਾ ਕਰਦੇ, ਨਾ ਸੇਵਾ ਕਰਦੇ। ਕਿਸੇ ਚੰਗੇ ਕੰਮ ਲਈ ਉਹ ਆਪਣੇ ਹੱਥਾਂ ਨੂੰ ਵਧਾਉਂਦੇ ਹੀ ਨਹੀਂ, ਨਾ ਕਦਮ ਪੁੱਟਦੇ ਨੇ।
ਤਾਂ ਉਹ ਇੱਕ ਜਗ੍ਹਾ ਤੇ ਖੜੇ ਹੋਏ ਸੁੱਕੇ ਰੁੱਖ ਵਰਗੇ ਨੇ, ਜਿਨ੍ਹਾਂ ਨੂੰ ਨਾ ਕੋਈ ਟਾਹਣੀ ਹੈ ਤੇ ਨਾ ਕੋਈ ਪੱਤਾ ਹੈ। ਉਹਨਾਂ ਦੇ ਅੰਦਰ ਕੋਈ ਚੰਗਾ ਕੰਮ ਕਰਨ ਦੀ ਹਸਰਤ ਸੁਭਾਅ ਹੀ ਪੈਦਾ ਨਹੀਂ ਹੁੰਦਾ। ਉਹਨਾਂ ਨੂੰ ਕੋਈ ਚਾਅ ਹੀ ਨਹੀਂ ਪੈਦਾ ਹੁੰਦਾ ਵੀ ਕੋਈ ਐਸਾ ਕੰਮ ਕੀਤਾ ਜਾਏ ਜਿਹਨੂੰ ਚੰਗਾ ਕਿਹਾ ਜਾਂਦਾ ਹੈ ਜਾਂ ਭਲੇ ਵਾਲਾ ਕਿਹਾ ਜਾਂਦਾ ਹੈ। ਉਹ ਕਿਨਾਰਾ ਕਰਕੇ ਨਿਕਲ ਜਾਂਦੇ ਨੇ ਵੀ ਸਾਨੂੰ ਇਹਦੇ 'ਚ ਕੀ ਫਾਇਦਾ। ਸੁਭਾਅ ਬਣ ਜਾਂਦਾ ਵੀ ਸਾਨੂੰ ਕੀ ਫਾਇਦਾ, ਮੈਨੂੰ ਇਹਦੇ 'ਚੋਂ ਕੀ ਮਿਲੇਗਾ, ਮੈਂ ਜੇ ਇਹ ਕਰ ਲਵਾਂਗਾ ਤੇ ਫਿਰ ਮੈਨੂੰ ਕਿਹੜੀ ਕੋਈ ਸ਼ਾਬਾਸ਼ ਦੇਣ ਲੱਗੇ। ਉਹ ਸੁਰਤ ਜਿਹੜੀ ਇਸ ਗੱਲ ਦੇ ਉੱਤੇ ਟਿਕੀ ਵੀ ਜਾਂ ਤਾਂ ਇਹਦੇ ਇਵਜ਼ ਵਿੱਚ ਕੁਝ ਮਿਲੇ, ਘੱਟੋ ਘੱਟ ਸ਼ਾਬਾਸ਼ ਹੀ ਮਿਲੇ, ਕੋਈ ਤਾਂ ਕ੍ਰੈਡਿਟ ਮਿਲੇ। ਉਹ ਜਿੰਨਾ ਕੰਮ ਕਰਦੇ ਨੇ, ਜੇ ਕੋਈ ਭਲੇ ਦਾ ਕਰਨ ਵੀ ਤਾਂ ਕ੍ਰੈਡਿਟ ਲਈ ਕਰਦੇ ਨੇ। ਜੇ ਉਹਨਾਂ ਨੂੰ ਕੋਈ ਕ੍ਰੈਡਿਟ ਨਾ ਮਿਲੇ ਤਾਂ ਉਹ ਕਰਦੇ ਨਹੀਂ। ਕਾਰਨ ਕੀ ਹੈ ਕਿ ਉਹਨਾਂ ਦੇ ਸਾਰੇ ਕੰਮ, ਇੱਥੋਂ ਤੱਕ ਈਵਨ ਸੇਵਾ ਤੱਕ ਵੀ ਕਈ ਵਾਰ ਹਉਮੈ ਦੀ ਗੁਲਾਮੀ ਵਿੱਚ ਹੁੰਦੀ, ਹਉਮੈ ਦੇ ਪ੍ਰਭਾਵ, ਹਉਮੈ ਦੇ ਜ਼ੋਰ ਕਰਕੇ ਹੁੰਦੀ ਹੈ, ਨਾ ਕਿ ਉਹਨਾਂ ਦੇ ਅੰਦਰ ਕੋਈ ਪਰਉਪਕਾਰੀ ਬਿਰਤੀ ਹੈ। ਉਹ ਜਿਹੜੀ ਸੇਵਾ ਦੀ ਭਾਵਨਾ, ਪਰਉਪਕਾਰ ਦੀ ਬਿਰਤੀ, ਭਲਾ ਕਰਨ, ਚੰਗਾ ਕੰਮ ਕਰਨ ਦੀ ਜਿਹੜੀ ਅੰਦਰ ਹੁੱਬ ਹੈ, ਸਮਝੋ ਹੈ ਹੀ ਨਹੀਂ। ਉਹ ਅੰਦਰ ਉਹਨਾਂ ਦੇ ਉਪਜਦੀ ਨਹੀਂ। ਉਹਨਾਂ ਦੀ ਅੰਦਰੂਨੀ ਬਣਤਰ ਵਿੱਚ ਹੀ ਐਸੀ ਖਰਾਬੀ ਹੁੰਦੀ ਹੈ ਵੀ ਉਹਨਾਂ ਦੇ ਵਿੱਚ ਭਲੇ ਕਰਮ ਕਰਨ ਦਾ ਕੋਈ ਭਾਵ, ਕੋਈ ਭਾਵਨਾ, ਕੋਈ ਜਜ਼ਬਾਤ ਹੀ ਨਹੀਂ ਪੈਦਾ ਹੁੰਦਾ। ਉਹ ਜਿਹੜੀ ਬਿਰਤੀ ਹੈ ਉਸ ਨੂੰ ਕਿਹਾ ਗਿਆ ਵੀ ਸੁੱਕੇ ਰੁੱਖ ਵਰਗਾ ਬੰਦਾ। ਇਹ ਤੋਂ ਛਾਂ ਤਾਂ ਕਿਸੇ ਨੂੰ ਨਹੀਂ ਮਿਲ ਸਕਦੀ ਘੱਟੋ ਘੱਟ, ਸਿਵਾਏ ਬਾਲਣ ਤੋਂ ਇਹ ਕੁਝ ਨਹੀਂ। ਕਰ ਪੱਲਵ ਸ਼ਾਖਾ ਵਿਚਾਰੇ ਆਪਣਾ ਜਨਮ ਨਾ ਜੂਏ ਹਾਰੇ। ਉਹ ਆਪਣਾ ਜਨਮ ਜਿਹੜਾ, ਜੀਵਨ ਜਿਹੜਾ ਜੂਏ 'ਚ ਨਹੀਂ ਹਾਰਦਾ, ਯਾਨੀ ਕਿ ਪੁੱਠੀਆਂ ਖੇਡਾਂ ਵਿੱਚ ਖਰਾਬ ਨਹੀਂ ਕਰਦਾ, ਸਵਾਰਥ ਹੰਕਾਰ ਦੀ ਭੇਟਾ ਨਹੀਂ ਕਰਦਾ। ਉਹ ਤਾਂ ਪਰਉਪਕਾਰੀ ਜੀਵਨ ਜੀਂਦਾ। ਬਾਣੀ ਵਿੱਚ ਪਰਉਪਕਾਰੀ ਮਨੁੱਖ ਦੀ ਬੜੀ ਪਿਆਰੀ ਉਦਾਹਰਣ ਮਹਾਰਾਜ ਪੰਚਮ ਗੁਰੂ ਦੇਵ ਨੇ ਦਿੱਤੀ ਹੈ। ਸ਼ਸਤਰ ਤੀਖਣ ਕਾਟ ਡਾਰਿਓ। ਕਿ ਤਿੱਖਾ ਸ਼ਸਤਰ ਜਿਹੜਾ ਹੈ, ਔਜ਼ਾਰ ਜਿਹੜਾ ਹੈ, ਉਹ ਰੁੱਖ ਨੂੰ ਕੱਟ ਦਿੰਦਾ, ਉਹਦੀ ਬੇੜੀ ਬਣ ਜਾਂਦੀ ਹੈ, ਬਾਲਣ ਬਣ ਜਾਂਦਾ ਹੈ। ਉਸ ਬੇੜੀ ਦੇ ਵਿੱਚ ਕਿੰਨੇ ਹੀ ਯਾਤਰੂ ਸਵਾਰ ਹੋ ਕੇ ਨਦੀਆਂ ਤੋਂ, ਦਰਿਆਵਾਂ ਤੋਂ ਪਾਰ ਲੰਘ ਜਾਂਦੇ ਨੇ। ਜਦੋਂ ਰੁੱਖ ਛਾਂ ਵੀ ਦਿੰਦਾ ਹੈ, ਜਦੋਂ ਜੀਵਤ ਹੁੰਦਾ ਹੈ, ਛਾਂ ਵੱਢਿਆ ਨਹੀਂ ਹੁੰਦਾ, ਛਾਂ ਵੀ ਦਿੰਦਾ ਅਤੇ ਫਲ ਵੀ ਦਿੰਦਾ। ਯਾਨੀ ਕਿ ਇੱਕ ਰੁੱਖ ਦੀ ਉਦਾਹਰਣ ਦੇ ਕੇ ਆਖਿਆ ਵੀ ਜਿਹੜਾ ਧਰਮੀ ਮਨੁੱਖ ਹੈ, ਉਹਦਾ ਜੀਵਨ ਵੀ ਅਤੇ ਮੌਤ ਦੋਵੇਂ ਹੀ ਪਰਉਪਕਾਰ ਦੀ ਭੇਟਾ ਹੁੰਦੇ ਨੇ, ਪਰਉਪਕਾਰ ਲਿਖੇ ਹੁੰਦੇ ਨੇ ਇੱਕ ਰੁੱਖ ਦੀ ਨੇ। ਤੋ ਅੱਗੇ ਬਖਸ਼ਿਸ਼ ਕਰਦੇ ਨੇ, ਅਸੁਰ ਨਦੀ ਕਾ ਬੰਧੈ ਮੂਲ। ਅਸੁਰ ਦਾ ਮਤਲਬ ਹੈ ਭੈੜ, ਐਬ, ਔਗਣ। ਔਗਣਾਂ ਦੀ ਨਦੀ ਦਾ ਵਹਾਅ ਜਿੱਥੋਂ ਪੈਦਾ ਹੁੰਦਾ ਹੈ ਨਾ, ਉਸ ਮੂਲ ਨੂੰ ਉਹ ਰੋਕ ਲੈਂਦੇ ਨੇ। ਭਾਵ ਜਿੱਥੋਂ ਬੁਰੇ ਖਿਆਲ ਉਪਜਦੇ ਨੇ, ਉਹ ਬੁਰੇ ਖਿਆਲਾਂ ਦੀ ਉਤਪਤੀ ਹੀ ਉਹਨਾਂ ਦੇ ਅੰਦਰ, ਪ੍ਰੋਡਕਸ਼ਨ ਹੀ ਬੰਦ ਹੋ ਜਾਂਦੀ। ਉਹ ਇੰਨਾ ਆਪਣੇ ਆਪ 'ਤੇ ਸੈਲਫ ਕੰਟਰੋਲ ਕਰ ਲੈਂਦੇ ਨੇ, ਇੰਨਾ ਆਪਣੇ ਅੰਤਰ-ਆਤਮੇ ਨੂੰ ਉਜਲਾ ਕਰ ਲੈਂਦੇ ਨੇ, ਸਵਾਰ ਲੈਂਦੇ ਨੇ। ਪੱਛਮ ਫੀਰ ਚੜਾਵੇ ਸੂਰ। ਮਨ ਉਹਨਾਂ ਨੇ, ਜਿਵੇਂ ਆਪਾਂ ਕਹਿੰਦੇ ਨਾ ਵੀ ਸੂਰਜ ਪੁੱਠੇ ਪਾਸਿਓਂ ਚੜ੍ਹ ਗਿਆ, ਜਿੱਧਰ ਡੁੱਬਦਾ ਉਧਰੋਂ ਚੜ੍ਹ ਪਿਆ। ਜਾਂ ਅਸੀਂ ਦੂਜੀ ਉਦਾਹਰਣ ਵਰਤੇ ਵੀ ਨਦੀ ਉਲਟੀ ਵਗ ਗਈ। ਇਹਦਾ ਮਤਲਬ ਹੁੰਦਾ ਵੀ ਅਸੰਭਵ ਕੰਮ ਨੂੰ ਸੰਭਵ ਕਰ ਵਿਖਾਉਣਾ। ਜਿਹਦੀ ਉਮੀਦ ਨਹੀਂ ਹੁੰਦੀ ਉਹ ਹੋ ਗਿਆ। ਇਹਨੂੰ ਆਪਾਂ ਕਹਿੰਦੇ ਵੀ ਅੱਜ ਤਾਂ ਸੂਰਜ ਪੁੱਠੇ ਪਾਸਿਓਂ ਚੜ੍ਹ ਆਇਆ। ਯਾਨੀ ਕਿ ਅਸੰਭਵ ਕੰਮ ਨੂੰ, ਜਿਹੜਾ ਸਾਨੂੰ ਅਸੰਭਵ ਲੱਗਦਾ ਉਹ ਸੰਭਵ ਕਰ ਵਿਖਾਇਆ। ਨਾ ਹੋਣ ਵਾਲਾ ਕੰਮ ਕਰਕੇ ਵਿਖਾ ਦੇਣਾ। ਕਈ ਵਾਰ ਆਪਾਂ ਐਸੇ ਮਨੁੱਖ ਜਿਹੜੇ ਬੜੇ ਐਬੀ ਗਰਕੇ ਹੁੰਦੇ ਨੇ, ਉਮੀਦ ਕੋਈ ਨਹੀਂ ਹੁੰਦੀ, ਇੱਕ ਪਲ ਲੱਗਦਾ ਉਹਨਾਂ ਨੂੰ, ਕਈ ਵਾਰ ਉਹ ਐਸੇ ਸੁਧਰਦੇ ਨੇ ਵੀ ਦੂਜੇ ਕਹਿੰਦੇ ਨੇ ਵੀ ਆਹ ਤਾਂ ਪੁੱਠੇ ਪਾਸਿਓਂ ਸੂਰਜ ਚੜ੍ਹਿਆ, ਆਹ ਤਾਂ ਮੁਰਦਾ ਜਿਉਂਦਾ ਹੋਣ ਵਾਲੀ ਗੱਲ ਹੋਈ। ਵੀ ਇਹਦੇ ਤੋਂ ਜਿਹਦੀ ਕੋਈ ਉਮੀਦ ਹੀ ਨਹੀਂ ਕਰ ਸਕਦਾ ਜਿਸ ਬੰਦੇ ਦੀ, ਉਹ ਵੀ ਕਈ ਵਾਰ ਇੰਨਾ ਬਦਲ ਜਾਂਦਾ ਵੀ ਸਾਰਿਆਂ ਨੂੰ ਮਾਤ ਦੇ ਜਾਂਦਾ। ਜਿਹੜੇ ਪਹਿਲੋਂ ਹੀ ਆਪਣੇ ਆਪ ਨੂੰ ਚੰਗਾ ਕਹਿਣ ਵਾਲੇ ਹੁੰਦੇ ਨਾ, ਕਈ ਵਾਰ ਉਹਨਾਂ ਤੋਂ ਵੀ ਅਗੇਰੇ ਨਿਕਲ ਜਾਂਦਾ ਹੈ। ਤੋ ਅਗਲੀ ਉਦਾਹਰਣ ਵਿੱਚ ਕਹਿੰਦੇ ਨੇ, ਅਜਰ ਜਰੈ ਸੋ ਨਿਝਰ ਚਰੈ, ਜਗਨਨਾਥ ਸਿਉ ਗੋਸ਼ਟ ਕਰੈ। ਨਾ ਜਰੀ ਜਾਣ ਵਾਲੀ ਵਸਤੂ ਨੂੰ ਜਰ ਲੈਣਾ। ਅਸੀਂ ਉਛਲਦੇ ਹਾਂ, ਨੇਕ ਅਮਲ ਮਾੜਾ ਜਿਹਾ ਸਾਤੋਂ ਬਹਾਨੇ ਨਾਲ ਵੀ ਹੋ ਜਾਏ ਨਾ, ਕਰਨਾ ਨਾ ਚਾਹੀਏ ਤੇ ਹੋ ਜਾਏ, ਸਾਡੇ ਅੰਦਰ ਕਿਵੇਂ ਉਛਾਲ ਆਉਂਦਾ, ਓਵਰ ਰਿਐਕਟ ਕਰਦੇ ਇਹਨੂੰ ਅਸੀਂ ਕਹਿੰਦੇ ਵੀ ਓਵਰ ਰਿਐਕਟ ਕਰਨਾ।
ਜਿਹਨੂੰ ਅਸੀਂ ਕਹਿੰਦੇ ਅਸੀਂ ਆਪਣੇ ਆਪ ਵਿੱਚ ਸਮਾ ਨਹੀਂ ਪਾਉਂਦੇ, ਓਵਰ ਰਿਐਕਟ ਕਰਦੇ ਹਾਂ। ਅਸੀਂ ਸਾਨੂੰ ਲੱਗਦਾ ਅਸੀਂ ਕਿੰਨੇ ਮਹਾਨ ਹੋ ਗਏ, ਕਿੰਨੇ ਉੱਚੇ ਹੋ ਗਏ। ਅਸੀਂ ਖੁਦ ਹੀ ਆਪਣੇ ਆਪ ਨੂੰ ਥਾਪੜੇ ਦਿੰਦੇ ਹਾਂ, ਮਨ ਹੀ ਮਨ, ਖੁਦ ਆਪਣੇ ਆਪ ਨੂੰ ਸ਼ਾਬਾਸ਼ ਦਿੰਦੇ ਹਾਂ, ਆਪਣੀ ਹਉਮੈ ਨੂੰ ਖੁਦ ਹੀ ਵੱਡਿਆਂ ਕਰਦੇ ਹਾਂ। ਜਰੀ ਨਹੀਂ ਜਾਂਦੀ ਗੱਲ। ਥੋੜ੍ਹਾ ਨੇਕ ਅਮਲ ਹੋ ਜਾਏ ਜਰਿਆ ਨਹੀਂ ਜਾਂਦਾ, ਥੋੜ੍ਹਾ ਚੰਗਾ ਹੋ ਜਾਏ ਜਰਿਆ ਨਹੀਂ ਜਾਂਦਾ, ਕੋਈ ਸੁੱਖ ਮਿਲ ਜਾਏ ਜਰਿਆ ਨਹੀਂ ਜਾਂਦਾ, ਖੁਦ ਹੀ ਨਹੀਂ ਜਰਿਆ ਜਾਂਦਾ। ਦੂਜੇ ਦਾ ਅਸੀਂ ਈਰਖਾ 'ਚ ਨਹੀਂ ਜਰ ਸਕਦੇ ਤੇ ਖੁਦ ਦਾ ਅਸੀਂ ਹਉਮੈ 'ਚ ਨਹੀਂ ਜਰ ਸਕਦੇ। ਪਰ ਭਗਤ ਜੀ ਆਖਦੇ ਨੇ ਉਹ ਮਨੁੱਖ ਅਜਰ ਨਾ ਜਰੀ ਜਾਣ ਵਾਲੀ ਅਵਸਥਾ ਨੂੰ ਵੀ ਜਰ ਜਾਂਦਾ, ਯਾਨੀ ਕਿ ਸਹਿਜ ਵਿੱਚ ਰਹਿੰਦਾ, ਨਿਝਰ ਚਰੈ, ਕਿਉਂਕਿ ਉਹਨਾਂ ਦੇ ਅੰਦਰ ਮਾਨੋ ਜਿਵੇਂ ਇੱਕ ਚਸ਼ਮਾ ਫੁੱਟ ਪੈਂਦਾ, ਨੇਕੀ ਦਾ, ਧਰਮ ਦਾ, ਸੱਚ ਦਾ, ਪ੍ਰੇਮ ਦਾ, ਆਨੰਦ ਦਾ, ਸਹਿਜ ਦਾ। ਅੱਗੇ ਫਰਮਾਉਂਦੇ ਨੇ ਜਗਨਨਾਥ ਸਿਉ ਗੋਸ਼ਟ ਕਰੈ, ਫਿਰ ਉਹਨਾਂ ਦਾ ਮਿਲਾਪ ਸਮਝੋ ਪਰਮੇਸ਼ਰ ਨਾਲ। ਗੋਸ਼ਟ ਦਾ ਮਤਲਬ ਮਿਲਾਪ, ਸਮਝੋ ਉਹਨਾਂ ਦਾ ਜਗਤ ਦੇ ਮਾਲਕ ਪਰਮੇਸ਼ਰ ਨਾਲ ਇਹ ਅਵਸਥਾ ਜਿਨ੍ਹਾਂ ਦੇ ਕੋਲ ਹੈ ਨਾ, ਸਮਝੋ ਉਹਦਾ ਮਿਲਾਪ ਹੈ, ਉਹ ਰੱਬ ਵਾਲੇ ਹੋ ਗਏ। ਫਿਰ ਫਰਮਾਉਂਦੇ ਚੌ ਮੁਖ ਦੀਵਾ ਜੋਤ ਦੁਆਰ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਚੌਮੁਖੀਆ ਦੀਵਾ, ਜਿਸ ਵਿੱਚ 4 ਵੱਟੀਆਂ ਲੱਗਦੀਆਂ ਨੇ, ਜਾਂ 2 ਵੱਟੀਆਂ ਨੂੰ 2 ਸਿਰਿਆਂ 'ਤੇ ਕੱਢ ਲਿਆ ਜਾਂਦਾ ਹੈ ਤੇ 4 ਪਾਸੇ ਉਹਨੂੰ ਜਗਾਇਆ ਜਾਂਦਾ, ਵੀ ਚਾਰੇ ਪਾਸੇ ਹੀ ਉਹ ਦੀਵਾ ਚਾਨਣ ਦਿੰਦਾ। ਉਹਨੂੰ ਚੌਮੁਖੀਆ ਦੀਵਾ ਕਹਿ ਦਿੰਦੇ ਨੇ, ਚਾਰੇ ਪਾਸੇ ਚਾਨਣ ਦੇਣ ਵਾਲਾ। ਭਾਵ ਉਹਦੀ ਜ਼ਿੰਦਗੀ ਵਿੱਚ ਮਾਨੋ ਚੌਮੁਖੀਆ ਦੀਵਾ ਜਗ ਪਿਆ, ਚਾਰੇ ਪਾਸੇ ਹੀ ਜ਼ਿੰਦਗੀ ਦਾ ਹਰ ਪਹਿਲੂ ਹੀ ਉਹਦਾ ਰੋਸ਼ਨ ਹੈ। ਉਹ ਅੰਦਰੋਂ ਵੀ ਰੋਸ਼ਨ ਹੈ, ਕਰਮਾਂ ਕਰਕੇ ਵੀ ਰੋਸ਼ਨ ਹੈ, ਮਨ ਦੇ ਖਿਆਲਾਂ ਕਰਕੇ ਵੀ ਚਾਨਣ 'ਚ। ਪਲੂ ਅਨੰਤ ਮੂਲ ਵਿਚਕਾਰ, ਕਹਿੰਦੇ ਨੇ ਉਸ ਅਨੰਤ ਪ੍ਰਭੂ ਦੇ ਨਾਲ ਜਿਹੜਾ ਮੂਲ ਹੈ ਸਾਰੇ ਜਗਤ ਦਾ, ਉਹ ਉਹਨਾਂ ਦੇ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦਾ। ਸਮਝੋ ਆਪਣੇ ਹਿਰਦੇ ਵਿੱਚੋਂ ਹੀ ਉਸ ਨੂੰ ਪਾ ਲੈਂਦੇ ਨੇ, ਸਾਖਿਆਤ ਕਰ ਲੈਂਦੇ ਨੇ। ਸਰਬ ਕਲਾ ਲੈ ਆਪੇ ਰਹਿ, ਮਨ ਮਾਣਕ ਰਤਨਾ ਮਹਿ ਗੁਹੈ। ਜੋ ਸਰਬ ਕਲਾ ਭਾਵ ਸਰਬ ਸਮਰੱਥ, ਜਗਤ ਦੇ ਸਾਰੇ ਹੁਨਰਾਂ ਦਾ ਪੈਦਾ ਕਰਨ ਵਾਲਾ ਪਰਮੇਸ਼ਰ ਹੈ, ਉਹ ਆਪ ਉਹਨਾਂ ਦੇ ਹਿਰਦੇ ਵਿੱਚ ਸਾਖਿਆਤ ਹੈ, ਵਸਦਾ ਹੈ। ਉਹਨਾਂ ਨੂੰ ਐਸੀ ਸੋਝੀ ਹੋ ਜਾਂਦੀ ਵੀ ਉਹ ਖੁਦਾ, ਉਹ ਵਾਹਿਗੁਰੂ, ਉਹ ਭਗਵਾਨ ਪਰਮੇਸ਼ਰ ਸਾਡੇ ਆਪਣੇ ਵਜੂਦ ਵਿੱਚ, ਕਿਉਂਕਿ ਉਹਨਾਂ ਦਾ ਮਨ ਮਾਣਕ ਰਤਨਾ ਮਹਿੰਗੋ ਹੈ। ਉਹਨਾਂ ਦਾ ਮਨ ਕੀਮਤੀ ਮਾਣਕ ਵਰਗਾ ਹੋ ਜਾਂਦਾ ਹੈ, ਉਜਲਾ ਸਾਫ਼ ਹੋ ਜਾਂਦਾ ਹੈ, ਕੀਮਤੀ ਬਣ ਜਾਂਦਾ ਹੈ ਚੰਗੇ ਖਿਆਲਾਂ ਕਰਕੇ। ਤੇ ਕਿਉਂਕਿ ਉਹਨਾਂ ਦੇ ਅੰਦਰ ਫਿਰ ਪਰਮੇਸ਼ਰ ਦੇ ਗੁਣਾਂ ਦੇ ਰਤਨ ਪੈਦਾ ਹੋ ਜਾਂਦੇ, ਦੌਲਤ ਪੈਦਾ ਹੋ ਜਾਂਦੀ, ਮਨ ਭਰ ਜਾਂਦਾ ਹੈ ਰੱਬੀ ਗੁਣਾਂ ਦੇ ਨਾਲ। ਮਸਤਕ ਪਦਮ ਦੁਆਲੇ ਮਣੀ, ਉਹਨਾਂ ਦਾ ਮੱਥਾ ਜਿਹੜਾ ਹੈ ਕੀਮਤੀ ਪਦਮ ਵਾਂਗ, ਜਿਵੇਂ ਕੌਲ ਫੁੱਲ ਨੂੰ ਪਦਮ ਕਹਿੰਦੇ ਨੇ। ਕੌਲ ਫੁੱਲ ਖਿੜ ਜਾਂਦਾ ਹੈ ਨਾ, ਜਿਵੇਂ ਉਹਦੇ ਉੱਤੇ ਆ ਕੇ ਭਵਰੇ ਗੁੰਜਾਰ ਪਾਉਂਦੇ ਨੇ। ਕਹਿੰਦੇ ਉਹਨਾਂ ਦਾ ਮਸਤਕ ਜਿਹੜਾ ਨਾ, ਮੱਥਾ ਕੌਲ ਫੁੱਲ ਵਾਂਗ ਹੁੰਦਾ ਹੈ, ਭਾਵ ਉਹ ਕਿਸੇ ਨੂੰ ਵੇਖ ਕੇ ਮੱਥੇ ਵੱਟ ਨਹੀਂ ਪਾਉਂਦੇ। ਉਹਨਾਂ ਦੇ ਜ਼ਿਹਨ ਵਿੱਚ ਨਾ ਈਰਖਾ, ਨਾ ਨਫ਼ਰਤ, ਨਾ ਭੇਦ ਭਾਵ, ਨਾ ਛੂਆ ਛਾਤ ਦਾ ਖਿਆਲ ਆਉਂਦਾ। ਇਹਨੂੰ ਆਪਾਂ ਕਹਿੰਦੇ ਖਿੜੇ ਮੱਥੇ ਮਿਲਣਾ। ਖਿੜੇ ਮੱਥੇ ਦਾ ਭਾਵ ਹੁੰਦਾ ਹੈ ਵੀ ਤੁਹਾਡੇ ਜ਼ਿਹਨ ਵਿੱਚ ਦੂਜੇ ਦੇ ਪ੍ਰਤੀ ਕੋਈ ਐਸੀ ਭਾਵਨਾ, ਕੋਈ ਖਿਆਲ ਨਾ ਉਪਜੇ ਜਿਹੜਾ ਦੁਜੈਗੀ ਪੈਦਾ ਕਰੇ, ਨਫ਼ਰਤ ਦਾ ਕਾਰਨ ਬਣੇ, ਭੇਦ ਭਾਵ ਦਾ ਕਾਰਨ ਬਣੇ, ਈਰਖਾ ਦਵੈਸ਼ ਦਾ ਕਾਰਨ ਬਣੇ। ਦੁਆਲੇ ਮਣੀ, ਤੇ ਮਾਨੋ ਜਿਵੇਂ ਉਹਨਾਂ ਦੇ ਮੱਥੇ ਦੇ ਦੁਆਲੇ ਮਣੀਆਂ ਲਟਕਦੀਆਂ ਹੋਣ, ਜਿਵੇਂ ਸ਼ਹਿਨਸ਼ਾਹਾਂ ਦੇ ਤਾਜ ਵਿੱਚ ਲਟਕਦੀਆਂ ਨਾ ਮਣੀਆਂ। ਉਹਨਾਂ ਨੇ ਜਿਹੜੇ ਤਾਜ ਪਹਿਨੇ ਜਾਂ ਦਸਤਾਰਾਂ ਦੇ ਉੱਤੇ ਮਣੀਆਂ ਲਾ ਲੈਂਦੇ ਸਨ ਸੋਹਣੀ ਲੱਗਣ ਵਾਸਤੇ। ਸਮਝੋ ਵੀ ਉਹ ਸ਼ਾਨਦਾਰ ਵਡਿਆਈ ਵਾਲੇ ਨੇ। ਉਹਨਾਂ ਦੀ ਵਡਿਆਈ ਕਿਸੇ ਬਾਹਰ ਦੇ ਹੀਰੇ ਮੋਤੀਆਂ ਦੀ ਮੁਥਾਜ ਨਹੀਂ, ਉਹਨਾਂ ਨੂੰ ਰੱਬੀ ਗੁਣਾਂ ਦੀ ਦਾਤ ਹੀ ਐਸੀ ਮਿਲਦੀ ਹੈ ਵੀ ਉਹਨਾਂ ਦੀ ਵਡਿਆਈ ਸਾਦੇ ਕੱਪੜਿਆਂ ਵਿੱਚ ਵੀ ਉਜਲੀ ਹੁੰਦੀ। ਮਾਹੇ ਨਿਰੰਜਨ ਤੇਰੇ ਭਵਨ ਧਣੀ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਮਾਇਆ ਤੋਂ ਮੁਕਤ ਪਰਮੇਸ਼ਰ, ਤਿੰਨਾਂ ਭਵਨਾਂ ਦਾ ਸਿਰਜਣਹਾਰ ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਵਸਦਾ, ਉਹ ਜਾਣ ਲੈਂਦੇ ਨੇ।
ਪੰਚ ਸ਼ਬਦ ਨਿਰਮਾਇਲ ਬਾਜੇ। ਉਹਨਾਂ ਦੇ ਹਿਰਦੇ ਵਿੱਚ ਪਵਿੱਤਰ ਪੰਜ ਨਾਦ ਵੱਜਦਾ। ਜੋਗੀ ਕਹਿੰਦੇ ਸਨ, ਇਹ ਸ਼ਬਦਾਵਲੀ ਜਿਹੜੀ ਹੈ ਯੋਗ ਮਤ ਦੀ ਥਿਊਰੀ ਨਾਲ ਮਿਲਦੀ ਹੈ। ਤੇ ਉਹ ਜਿਵੇਂ ਮੈਂ ਪਹਿਲਾਂ ਬਿਆਨ ਕੀਤੀ ਵੀ ਅਲੰਕਾਰ ਵਰਤੇ ਨੇ। ਅਲੰਕਾਰ ਦੀ ਆਪਣੀ ਇੱਕ ਭਾਵਨਾ ਹੁੰਦੀ ਹੈ ਵਰਤਣ ਦੀ ਕਾਵਿ ਦੇ ਵਿੱਚ। ਜੋਗੀ ਕਹਿੰਦੇ ਸਨ ਵੀ ਜਦੋਂ ਤੁਹਾਡੇ ਅੰਦਰ ਅਨਹਦ ਨਾਦ ਵੱਜਦਾ ਹੈ, ਤੇ ਜੋਗੀਆਂ ਨੇ ਇਹਨੂੰ ਡਿਫਾਈਨ ਕੀਤਾ ਵੀ ਅਨਹਦ ਨਾਦ ਕਿਹੋ ਜਿਹਾ, ਤੇ ਉਹਨਾਂ ਪੰਜ ਸਾਜ਼ ਦੱਸਿਆ ਵੀ ਪੰਜ ਸਾਜ਼, ਇੱਕ ਸਾਜ਼ ਜਦੋਂ ਵੱਜਦਾ ਹੈ ਤੇ ਮਨੁੱਖ ਨੂੰ ਉਹ ਇੱਕ ਤਰ੍ਹਾਂ ਦੇ ਆਨੰਦ ਵਿੱਚ ਲੈ ਜਾਂਦਾ ਹੈ। ਉਹਦੇ ਅੰਦਰ ਇੱਕ ਲਹਿਰ ਪੈਦਾ ਕਰ, ਜਿਵੇਂ ਕੋਈ ਵੀ ਸਾਜ਼ ਵੱਜੇ ਨਾ ਤੇ ਸਾਡੇ ਅੰਦਰ ਇੱਕ ਝਰਨਾਹਟ ਛੇੜ ਦਿੰਦਾ ਹੈ, ਉਹ ਸਾਡੇ 'ਤੇ ਇਫੈਕਟ ਕਰਦੀ ਹੈ ਉਹਦੀ ਧੁਨੀ। ਕਹਿੰਦੇ ਜਿਵੇਂ ਵਧੀਆ ਪੰਜ ਸਾਜ਼ ਇਕੱਠੇ ਵੱਜਣ, ਉਹੋ ਜਿਹੀ ਲਹਿਰ ਆਨੰਦ ਦੀ ਅੰਦਰ ਝਰਨਾਹਟ ਛਿੜ ਜਾਏ। ਉਹ ਉਦਾਹਰਣ ਇਸ ਜਗ੍ਹਾ ਦੇ ਉੱਤੇ ਮਹਾਰਾਜ ਧੰਨ ਗੁਰੂ ਅਮਰਦਾਸ ਨੇ ਵੀ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਇਹ ਸ਼ਬਦ ਵਰਤੇ। ਇਹਦਾ ਭਾਵ ਹੈ ਰੱਬੀ ਆਨੰਦ ਦਾ ਵਾਜਾ ਸਦਾ ਹੀ ਉਹਨਾਂ ਦੇ ਅੰਦਰ ਵੱਜਦਾ, ਉਹ ਸਾਜ਼ ਕਦੇ ਬੰਦ ਨਹੀਂ ਹੁੰਦਾ। ਢੁਲਕੇ ਚਵਰ ਸੰਖ ਕਨ ਗਾਜੇ, ਜਿਵੇਂ ਬਾਦਸ਼ਾਹਾਂ ਦੇ ਸੀਸ ਦੇ ਉੱਤੇ ਚੌਰ ਝੁੱਲਦੇ ਹਨ, ਢੇਰੀਆਂ ਨਗਾਰੇ ਉਹਨਾਂ ਦੇ ਸਨਮਾਨ ਵਿੱਚ ਸੰਖ ਵੱਜਦੇ ਹਨ, ਇਵੇਂ ਉਹ ਜੀਵ ਆਪਣੇ ਆਤਮਿਕ ਜੀਵਨ ਦੇ ਰਾਜੇ ਬਾਦਸ਼ਾਹ ਬਣ ਜਾਂਦੇ ਨੇ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਫਿਰ ਅੱਗੇ ਫਰਮਾਉਂਦੇ ਨੇ ਦਲ ਮਲ ਦੈਂਤੋਂ ਗੁਰਮੁਖ ਗਿਆਨ, ਗੁਰੂ ਦੇ ਗਿਆਨ ਰਾਹੀਂ ਉਹ ਦੈਂਤਾਂ ਨੂੰ ਦਲ ਮਲ ਦਿੰਦੇ ਨੇ, ਤਬਾਹ ਕਰ ਲੈਂਦੇ ਨੇ। ਭਾਵ ਔਗਣਾਂ ਨੂੰ ਤੇ ਬੁਰੇ ਖਿਆਲਾਂ ਨੂੰ ਜਿਹੜੇ ਉਹਨਾਂ ਦੇ ਜੀਵਨ ਦੇ ਵਿੱਚ ਦੈਂਤਾਂ ਵਾਂਗ ਕੋਹਰਾਮ ਮਚਾ ਦਿੰਦੇ ਨੇ, ਐਸੇ ਮੰਦੇ ਵੇਗ ਉਹ ਖਤਮ ਕਰ ਲੈਂਦੇ ਨੇ ਗੁਰੂ ਦੇ ਗਿਆਨ ਰਾਹੀਂ। ਉਪਰੋਕਤ ਸਾਰੇ ਬਚਨ ਨੂੰ ਧਿਆਨ ਵਿੱਚ ਰੱਖਦੇ ਹਾਂ ਭਗਤ ਬੇਣੀ ਜੀ ਕਹਿੰਦੇ ਨੇ, ਬੇਣੀ ਜਾਚੈ ਤੇਰਾ ਨਾਮ। ਹੇ ਮੇਰੇ ਮਾਲਕ ਵਾਹਿਗੁਰੂ, ਮੈਂ ਤੇਰੇ ਦਰ ਦਾ ਸੇਵਕ, ਜਾਚਕ, ਤਲਬਗਾਰ, ਬੇਣੀ ਵੀ ਤੇਰੇ ਨਾਮ ਦੀ ਜਾਚਨਾ ਕਰਦਾ ਹਾਂ, ਤਾਂ ਇੱਥੋਂ ਤੇਰੇ ਨਾਮ ਦੀ ਦਾਤ ਮੰਗਦਾ ਹਾਂ। ਸਾਹਿਬ ਮਿਹਰ ਕਰਨ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।